ਗੁਰੂ ਨਾਨਕ ਦਰਸ਼ਨ ਕਿਤਾਬ ਦੀ ਅੱਜ ਦੂਸਰੇ ਦਿਨ ਦੀ ਲੜੀ ਦੇ ਵਿੱਚ ਅੱਜ ਅਸੀਂ ਜ਼ਿਕਰ ਕਰਾਂਗੇ ਦੂਸਰੇ ਪੰਨੇ ਤੇ ਵਿਦਿਆ ਪ੍ਰਾਪਤੀ ਤੇ। ਡਾਕਟਰ ਸਾਹਿਬ, ਵਿਦਿਆ ਪ੍ਰਾਪਤੀ ਤੇ ਦੱਸਿਓ ਜੀ, ਚਾਨਣਾ ਪਾਇਓ ਤੁਸੀਂ ਦੂਸਰੇ ਪੰਨੇ ਤੇ। ਹਾਂ, ਇਹਦਾ ਜੋ ਗੁਰੂ ਨਾਨਕ ਦਰਸ਼ਨ ਇਸ ਐਲਬਮ ਦਾ ਜਿਹੜਾ ਦੂਸਰੀ ਸਾਡੀ ਪ੍ਰਚਲਿਤ ਸਾਖੀ ਵੀ ਹੈ, ਇਤਿਹਾਸਕ ਹਵਾਲੇ ਵੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਜਦ 7 ਸਾਲ ਦੀ ਉਮਰ ਦੇ ਹੋਏ ਤਾਂ ਜਨਮ ਸਾਖੀ ਵਿੱਚ ਆਉਂਦਾ, ਤਬ ਪਿਤਾ ਕਿਹਾ जब नानक 7 वर्षों का हुआ कि नानक तू पढ़, पिता पांधे पास ले गया। तो एक साडे सिख ਸਾਹਿਤ ਵਿੱਚ भी गुरमत ਸਾਹਿਤ ਵਿੱਚ भी ये जिहड़ी साखी है कि क्योंकि सतगुरु आप नारायण कलाधार जग में परवरियो है कि अकाल पुरख पंज भूतक शरीर ਵਿੱਚ ਨਿਰਗੁਣ ਤੋਂ ਸਰਗੁਣ ਹੋ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵਜੂਦ ਵਿੱਚ ਧਰਤੀ ਤੇ ਪ੍ਰਗਟ ਹੋਏ। ਜਿੱਥੋਂ ਤੱਕ ਵਿਦਿਆ ਪ੍ਰਾਪਤੀ ਦਾ ਸਵਾਲ ਹੈ, ਕਿਉਂਕਿ ਇਹਦੇ ਪ੍ਰਤੀ ਦੋ ਧਾਰਨਾਵਾਂ ਨੇ ਕਿ ਸੰਸਾਰੀ ਜਿਹੜੀ ਵਿਦਿਆ ਹੈ ਉਹ ਸਤਿਗੁਰਾਂ ਨੇ ਪੜ੍ਹੀ, ਪਰ ਗੁਰੂ ਨਾਨਕ ਪਾਤਸ਼ਾਹ ਨੇ 19 ਰਾਗਾਂ ਵਿੱਚ ਬਾਣੀ ਰਚੀ, ਪਰ ਸੰਗੀਤ ਦਾ ਉਸਤਾਦ ਕੌਣ ਹੈ? ਸੰਗੀਤ ਦਾ ਕੋਈ ਨਹੀਂ। ਸਤਿਗੁਰਾਂ ਨੇ ਸਾਰੀ ਬਾਣੀ ਕਾਵਿ ਰੂਪ ਵਿੱਚ ਦਿੱਤੀ, ਪਰ ਪਿੰਗਲ ਦਾ ਉਸਤਾਦ ਕੌਣ ਹੈ? ਕਿਉਂਕਿ ਸਾਡੀ ਪੁਰਾਣੀ ਪਰੰਪਰਾ ਹੈ, ਜਿਹੜਾ ਬੰਦਾ ਕੋਈ ਕਾਵਿ ਰੂਪ ਵਿੱਚ ਰਚਦਾ ਹੈ ਉਹ ਪਿੰਗਲ ਪੜ੍ਹਦਾ ਹੈ, ਤਾਂ ਪਿੰਗਲ ਦੇ ਲਿਹਾਜ਼ ਨਾਲ ਉਹਨੂੰ ਛੰਦਾਂ ਦਾ ਗਿਆਨ ਹੁੰਦਾ। ਪਰ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜਦੋਂ ਜਗ ਤਾਰਨ ਵਾਸਤੇ ਆਏ ਹੈ, ਤੇ ਮੈਂ ਇਹਨੂੰ ਖਾਸ ਕਰਕੇ ਕਹਿੰਦਾ ਹੁੰਦਾ ਕਿਤੇ ਵੀ ਵਿਦਿਅਕ ਪੱਖ 'ਚ ਬੋਲਣ ਵਾਸਤੇ ਜਾਵਾਂ, ਇਹ ਇੱਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਚੇਤਨਤਾ ਦਾ ਮੰਤਰ ਹੈ ਕਿ ਜਿਹੜੇ ਪਾਂਧਾ ਗੋਪਾਲ ਦਾਸ ਨੇ ਉਹ ਪਰੰਪਰਾਗਤ ਵਿਦਿਆ ਪੜ੍ਹਾ ਰਹੇ ਨੇ। ਪਰੰਪਰਾਗਤ ਵਿਦਿਆ 'ਚ ਹੁੰਦਾ ਉਸਤਾਦ ਸਿਰਫ ਫੱਟੀ 'ਤੇ ਲਿਖ ਰਿਹਾ, ਬੋਰਡ 'ਤੇ ਲਿਖ ਰਿਹਾ, ਤੇ ਜਿਹੜੇ ਬੱਚੇ ਹੈ ਉਹ ਸਿੱਖਦੇ, ਉਹ ਕੇਵਲ ਉਹਦਾ ਉਤਾਰਾ ਕਰਦੇ ਆ ਤੇ ਉਹਨੂੰ ਪੜ੍ਹੀ ਜਾਂਦੇ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਵਿਦਿਆ ਵਿੱਚ ਇੱਕ ਚੇਤਨਤਾ ਦਿੱਤੀ ਹੈ ਕਿ ਪਾਂਧੇ ਨੇ ਇਹ ਪੱਟੀ ਲਿਖੀ। ਪੱਟੀ ਦਾ ਅਰਥ ਵੈਸੇ ਫੱਟੀ ਹੈ, ਜਿਵੇਂ ਸਾਡਾ ਪੰਜਾਬ ਦਾ ਪਹਿਲਾ ਕਲਚਰ ਸੀਗਾ ਫੱਟੀਆਂ ਤੇ ਲਿਖਣਾ, ਹਾਂ, ਕਾਚਨੀ ਫੇਰ ਕੇ ਫਿਰ ਕਲਮ ਦਵਾਤ ਨਾਲ ਲਿਖਣ ਦਾ ਢੰਗ। ਇਹ ਪੱਟੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਸਾ ਰਾਗ ਵਿੱਚ ਪੱਟੀ ਵੀ ਲਿਖੀ, ਜਿਹਦਾ ਪਹਿਲਾ ਅੱਖਰ ਸੱਸਾ ਹੈ, ਊੜਾ ਨਹੀਂ ਹੈ। ਸੱਸਾ ਸੋਏ ਸ੍ਰਿਸ਼ਟ ਜਨ ਸਾਜੀ, ਸਭਨਾ ਸਾਹਿਬ ਇੱਕ ਪੈ। ਇਹ ਪੱਟੀ ਬਾਣੀ ਸੱਸੇ ਤੋਂ ਸ਼ੁਰੂ ਹੁੰਦੀ। ਹੁਣ ਜੋ ਸਾਡੀ ਪਰੰਪਰਾਗਤ ਵਿਦਿਆ ਦੇ ਵਿੱਚ ਗੋਪਾਲ ਪਾਂਧਾ ਜੀ ਪੜ੍ਹਾ ਰਹੇ ਆ, ਇਹ ਸਾਡੇ ਆਉਂਦਾ ਹੈ ਕਿ ਉਹਨਾਂ ਨੇ ਓਮ ਸ਼ਬਦ ਲਿਖਿਆ। ਓਮ ਸ਼ਬਦ, ਓਮ, ਕਿਉਂਕਿ ਸਨਾਤਨ ਮੱਤ ਵਿੱਚ ਜਿਵੇਂ ਹੁਣ ਸਾਡੇ ਸਿੱਖ ਪੰਥ ਵਿੱਚ ਇੱਕ ਓੰਕਾਰ ਹੈ। ਆਪਾਂ ਕੋਈ ਵੀ ਕਾਰਜ ਸ਼ੁਰੂ ਕਰਦੇ ਹਾਂ, ਲਿਖਣਾ ਕਰਦੇ ਹਾਂ, ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਓੰਕਾਰ ਵੀ ਪ੍ਰਮਾਤਮਾ ਇੱਕ ਰਸ ਵਰਤ ਰਿਹਾ। ਅਤੇ ਗੁਰੂ ਨਾਨਕ ਪਾਤਸ਼ਾਹ ਕਿਉਂਕਿ ਸੰਸਾਰ ਨੂੰ ਇੱਕ ਅਕਾਲ ਨਾਲ ਜੋੜਨ ਵਾਸਤੇ ਆਏ, ਜਦ ਉਹਨਾਂ ਨੇ ਉਸਤਾਦ ਨੇ ਓਮ ਲਿਖਿਆ ਤੇ ਸਤਿਗੁਰਾਂ ਦਾ ਸਵਾਲ ਸੀ ਕਿ ਫਿਰ ਓਮ ਬਾਰੇ ਚਰਚਾ ਹੋਣੀ ਚਾਹੀਦੀ ਹੈ। ਓਮ ਕੀ ਹੈ? ਓਮ ਦਾ ਵਜੂਦ ਕੀ ਹੈ? ਓਮ ਮਿਲ ਕਿਵੇਂ ਸਕਦਾ? ਜਿਹੜਾ ਸਾਡਾ ਪਰੰਪਰਾਗਤ ਮੁਹਾਵਰਾ ਹੈ ਨਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਂਧੇ ਨੂੰ ਪੜ੍ਹਨ ਪਾਤਾ, ਅਸਲ ਵਿੱਚ ਉਹਦੇ ਵਿੱਚ ਉਸਤਾਦ ਦੀ ਹੱਤਕ ਨਹੀਂ ਹੈ। ਕਈ ਵਾਰੀ ਕੋਈ ਵਿਦਿਆਰਥੀ ਬਣ ਕੇ ਇਹੋ ਜਿਹਾ ਸਵਾਲ ਕਰਦਾ ਕਿ ਉਸਤਾਦ ਨੂੰ ਜਾ ਕੇ ਡਿਕਸ਼ਨਰੀ ਫਰੋਲਣੀ ਪੈਂਦੀ ਹੈ, ਤਾਂ ਉਹਨੂੰ ਗਿਆਨ ਲੱਭਣਾ ਪੈਂਦਾ, ਜਵਾਬ ਦੇਣਾ ਪੈਂਦਾ। ਔਰ ਜਿੰਨੇ ਦੁਨੀਆ ਵਿੱਚ ਤੁਸੀਂ ਬਾਇਓਗ੍ਰਾਫੀ ਕਿਸੇ ਵੀ ਸਾਇੰਸਦਾਨ ਦੀ, ਖੋਜੀ ਦੀ, ਡੂੰਘੇ ਰਿਸਰਚ ਵਾਲੇ ਦੀ ਪੜ੍ਹੋਗੇ, ਉਹਨਾਂ ਦੇ ਜ਼ਿੰਦਗੀ 'ਚ ਹੁੰਦਾ ਹੈ ਕਿ ਵੀ ਮੇਰੀ ਇੱਕ ਸ਼ਾਇਦ ਸਾਇੰਸਦਾਨ ਦਾ ਮੈਂ ਪੜ੍ਹਿਆ, ਉਹਦਾ ਮੈਨੂੰ ਨਾਂ ਵਿਸਰ ਗਿਆ, ਉਹ ਕਹਿੰਦਾ ਮੇਰੀ ਮਦਰ ਮੈਨੂੰ ਆਏ ਨੂੰ ਪੁੱਛਦੀ ਹੁੰਦੀ ਸੀ ਵੀ ਅੱਜ ਤੂੰ ਆਪਣੇ ਉਸਤਾਦ ਦੇ ਉੱਤੇ, ਅਧਿਆਪਕ ਦੇ ਉੱਤੇ ਕਿੰਨੇ ਕੁਐਸਚਨ ਪੁੱਟ ਕੀਤੇ। ਅੱਛਾ, ਮਤਲਬ ਕਹਿੰਦਾ ਮੇਰੇ ਘਰ ਦਾ ਅਸੂਲ ਸੀਗਾ, ਆਂਦਾ ਜੇ ਮੈਂ ਖੋਜ ਵਾਲੇ ਖੇਤਰ 'ਚ ਆਇਆ ਅਤੇ ਮੇਰੇ ਮਾਪਿਆਂ ਦਾ ਇਹਦੇ 'ਚ ਯੋਗਦਾਨ ਹੈ ਕਿ ਮੇਰੀ ਘਰ ਵਾਲੇ ਦੀ ਕਲਾਸ ਲੱਗਦੀ ਸੀ ਵੀ ਉਸਤਾਦ ਨੂੰ ਟੀਚਰ ਕਿੰਨੇ ਕੁਐਸਚਨ ਪੁੱਟ ਕੀਤੇ ਆ। ਇੱਥੇ ਆ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਵੀ ਜਿਹੜਾ ਤੁਸੀਂ ਜਿਸ ਬਾਰੇ ਬੋਲਦੇ ਹੋ, ਲਿਖਦੇ ਹੋ, ਕੀ ਉਹਦੇ ਬਾਰੇ ਉਸਤਾਦ ਦਾ ਗਿਆਨ ਉਸ ਡੰਗਾਈ ਵਿੱਚ ਹੈ? ਕਿਉਂਕਿ ਅਕਸਰ ਆਪਾਂ ਅੱਜ ਵੀ ਸੰਸਾਰ ਵਿੱਚ ਵਿਚਰੀ ਬਹੁਤ ਸ਼ਬਦ ਅਸੀਂ ਰੋਜ਼ਾਨਾ ਬੋਲਦੇ ਹਾਂ,
ਜ਼ਰੂਰੀ ਨਹੀਂ ਉਹਨਾਂ ਸ਼ਬਦਾਂ ਦੇ ਅਰਥਾਂ ਤੱਕ ਜਾਈਏ, ਹੈ ਨਾ। ਇਹ ਬੇਅੰਤ ਸਵਾਲ ਨੇ, ਬੇਅੰਤ ਸਵਾਲ ਨੇ। ਮਤਲਬ ਬੇਅੰਤ ਸਵਾਲ ਨੇ ਜਿਨ੍ਹਾਂ ਬਾਰੇ ਬੰਦਾ ਸਾਰੀ ਉਮਰ ਉਹਨਾਂ ਸ਼ਬਦਾਂ ਦੀ ਵਰਤੋਂ ਕਰਦਾ, ਪਰ ਉਹਨਾਂ ਦਾ ਬਾਰੇ ਡੰਗਿਆਈ ਦਾ ਨਹੀਂ ਪਤਾ, ਡੰਗਿਆਈ ਦਾ ਨਹੀਂ ਪਤਾ ਹੁੰਦਾ। ਮਤਲਬ ਇਹ ਇਸ ਤਰ੍ਹਾਂ ਦੀ ਤਾਂ ਡਿਕਸ਼ਨਰੀਆਂ ਭਰੀਆਂ ਪਈਆਂ ਨੇ ਵੀ ਸਾਡੇ ਲੋਕ ਬੋਲਚਾਲ ਵਿੱਚ ਹੈਗੇ ਨੇ, ਪਰ ਓਵਰਆਲ ਉਹਦੇ ਮੀਨਿੰਗ ਦਾ ਨਹੀਂ ਵੀ ਪਤਾ ਹੁੰਦਾ। ਔਰ ਇਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜਾ ਸਵਾਲ ਸੀਗਾ, ਤਾਂ ਇਹ ਫਿਰ ਪਾਂਧੇ ਦੀ ਇੱਕ ਚੇਤਨਤਾ ਜਿਹੜੀ ਹੈ ਉਹ ਹੋਰ ਵਿਕਸਿਤ ਹੋਈ। ਤਾਂ ਉਹਦਾ ਜਨਮ ਸਾਖੀ ਵਿੱਚ ਆਉਂਦਾ ਕਿ ਵੀ ਜੋ ਗੁਰੂ ਨਾਨਕ ਪਾਤਸ਼ਾਹ ਪੜ੍ਹੇ ਹੋਏ ਨੇ ਵੀ ਇਹਨਾਂ ਕੋਲੇ ਦੈਵੀ ਗਿਆਨ ਹੈ, ਜੋ ਮੈਂ ਪੜ੍ਹਾ ਰਿਹਾ ਉਹ ਇਹਨਾਂ ਨੂੰ ਸਾਰਾ ਆਉਂਦਾ। ਇਹ ਵੀ ਆਉਂਦਾ ਕਿ ਵੀ ਜੋ ਮੈਂ ਪੜ੍ਹਾਇਆ ਉਹ ਸਿੱਖ ਗਏ ਨੇ, ਪਰ ਜਿਹੜਾ ਇਹ ਹੋਰ ਸਵਾਲਦਾਰ ਸਵਾਲ ਇਹਨਾਂ ਦਾ ਇਹ ਸੰਸਾਰ ਨੂੰ ਪੜ੍ਹਾਉਣਗੇ, ਇਹ ਸੰਸਾਰ। ਇਸ ਲਈ ਜਿਹੜੀ ਵਿਦਿਆ ਪ੍ਰਾਪਤੀ ਹੈ, ਹਾਂ ਮੰਨ ਲਓ ਵਿਦਿਆ ਪ੍ਰਾਪਤੀ ਹੈ ਸਾਡਾ ਟਾਈਟਲ ਹੈ। ਹੁਣ ਇਹ ਸ਼ਬਦ ਜੇ ਆਪਾਂ ਵੇਖੀਏ, ਵੇਦ ਤੋਂ ਸ਼ਬਦ ਆਇਆ। ਵੇਦ ਦਾ ਅਰਥ ਹੈ ਗਿਆਨ ਜਾਂ ਪ੍ਰਕਾਸ਼, ਗਿਆਨ ਜਾਂ ਪ੍ਰਕਾਸ਼, ਤੇ ਗਿਆਨ ਜਾਂ ਪ੍ਰਕਾਸ਼ ਵੇਦ ਤੋਂ ਹੀ ਵਿਦਿਆ ਸ਼ਬਦ ਆਇਆ। ਵਿਦਿਆ ਤੋਂ ਹੀ ਵਿਦਿਆ ਰਥੀ ਹੈ। ਰਥੀ ਹੁੰਦਾ ਪ੍ਰਾਪਤ ਕਰਨ ਵਾਲਾ, ਵਿਦਿਆ ਨੂੰ ਪ੍ਰਾਪਤ ਕਰਨ ਵਾਲਾ। ਵਿਦਿਆ ਰਥੀ ਤੋਂ ਹੀ ਬਣਿਆ ਵਿਦਿਆਲਾ, ਇੱਥੋਂ ਹੀ ਬਣੇ ਵਿਦਿਆਵਾਨ। ਹਾਂ, ਜਿਵੇਂ ਉਹ ਸਾਡੇ ਪੁਰਾਤਨ ਸੰਸਕ੍ਰਿਤ ਸਾਹਿਤ ਵਿੱਚ ਆਉਂਦਾ, ਤਬ ਤੱਕ ਵਿਦਿਆ ਕੋ ਪੜੋ ਜਬ ਤੱਕ ਘਟ ਮੈਂ ਪ੍ਰਾਣ, ਜਹਾਂ ਧਨੀ ਪਹੁੰਚੇ ਨਹੀਂ ਤੈਂ ਪਹੁੰਚੇ ਵਿਦਿਆਵਾਨ ਜਾਂ ਵਿਦਵਾਨ। ਕਹਿੰਦੇ ਜਿੱਥੇ ਧਨੀ ਦੀ, ਪੈਸੇ ਵਾਲੇ ਦੀ ਪਹੁੰਚ ਨਹੀਂ ਜਾਂਦੀ, ਜਿਹੜਾ ਵਿਦਿਆਵਾਨ ਹੈ ਉਹਦੀ ਪਹੁੰਚ ਉੱਥੋਂ ਤੱਕ ਹੁੰਦੀ ਹੈ। ਇਸ ਲਈ ਹੁਣ ਵੇਦ, ਵਿਦਿਆ, ਵਿਦਿਆਰਥੀ, ਵਿਦਿਆਲਾ, ਵਿਦਿਆਵਾਨ ਜਾਂ ਵਿਦਵਾਨ, ਇੱਕ ਸ਼ਬਦਾਂ ਦਾ ਰੂਟ ਚੱਲੇਗਾ। ਔਰ ਇਸੇ ਤਰ੍ਹਾਂ ਹੀ ਦੂਸਰੇ ਸ਼ਬਦਾਂ ਦਾ ਹੈ। ਇਹ ਜਿਹੜਾ ਖਾਸ ਕਰਕੇ ਸੰਸਾਰ ਦੇ ਵਿੱਚ ਜਿੰਨਾ ਵੀ ਕੋਈ ਕੁਝ ਪੜ੍ਹ ਰਿਹਾ, ਉਹਦੇ ਲਈ ਇਹ ਗੁਰੂ ਸਾਹਿਬ ਜੀ ਨੇ ਇੱਕ ਗਾਈਡਲਾਈਨ ਦਿੱਤੀ ਹੈ ਕਿ ਜੋ ਪੜ੍ਹ ਰਹੇ ਹੋ ਉਹਦੇ ਬਾਰੇ ਗਿਆਨ ਹੋਣਾ ਜ਼ਰੂਰੀ ਹੈ। ਮੈਂ ਸਹਿਜ ਭਾਵੀ ਨਾ, ਜਦੋਂ ਸੈਚਰਡੇ ਹੁੰਦਾ ਕਈ ਵਾਰੀ ਅਸੀਂ ਸਭਾ ਵਿੱਚ ਬੋਲਦੇ ਹਾਂ, ਤੇ ਤੁਸੀਂ ਵੱਡੇ ਵਿਦਿਆਰਥੀਆਂ ਨੂੰ ਵੀ ਪੁੱਛੋ ਵੀ ਕੱਲ੍ਹ ਐਤਵਾਰ ਹੈ ਤੇ ਐਤਵਾਰ ਛੁੱਟੀ ਹੈ। ਇਹ ਹਰ ਇੱਕ ਨੂੰ ਪਤਾ, ਸਾਨੂੰ ਵੀ ਬਚਪਨ ਤੋਂ ਐਤਵਾਰ ਨੂੰ ਰੱਟਾ ਲੱਗਿਆ। ਐਤਵਾਰ ਨੂੰ ਐਤਵਾਰ ਕਿਉਂ ਕਹਿੰਦੇ ਆ, ਇਹ ਕਿਸੇ ਵਿਦਿਆਰਥੀ ਦੇ ਕਦੀ ਮਨ 'ਚ ਨਹੀਂ ਆਇਆ। ਠੀਕ ਆ ਨਾ। ਹੁਣ ਇਹ ਜਿਵੇਂ ਮੈਂ ਸ਼ਬਦ ਪੜ੍ਹਦਾ ਕਿ ਇਹ ਸ਼ਬਦ ਅਦਿੱਤਿਆ ਹੈ। ਅਦਿੱਤਿਆ ਸੂਰਜ ਨੂੰ ਕਹਿੰਦੇ। ਇਹ ਦਸਵੇਂ ਪਾਤਸ਼ਾਹ ਨੇ ਵੀ ਜਾਪ ਸਾਹਿਬ ਵਿੱਚ ਵਰਤਿਆ ਹੋਇਆ ਅਦਿੱਤਿਆ ਸ਼ਬਦ। ਅਦਿੱਤਿਆ, ਇਹ ਅਦਿੱਤਿਆ ਸੂਰਜ ਹੈ। ਅਦਿੱਤਿਆ ਤੋਂ ਹੀ ਐਤ, ਸੂਰਜ ਦਾ ਦਿਨ, ਵਾਰ ਮੀਨਸ ਦਿਨ, ਔਰ ਸੂਰਜ ਨਾਲ ਇਹਦੀਆਂ ਪੂਜਾ ਜੁੜੀਆਂ ਹੋਈਆਂ। ਆਮ ਜਿਹੜੀ ਸੰਸਕ੍ਰਿਤੀ ਦੇ ਵਿੱਚ, ਮਤਲਬ ਸਨਾਤਨ ਮਤ ਦੇ ਵਿੱਚ ਐਤਵਾਰ ਨਾਲ ਕੁਝ ਪੂਜਾ ਦੇ ਵਿਧੀ ਵਿਧਾਨ ਨੇ। ਇਸੇ ਤੋਂ ਹੀ ਸਨ ਡੇ ਆਇਆ ਇੰਗਲਿਸ਼ ਦੇ ਵਿੱਚ, ਉਹ ਵੀ ਸਨ ਦਾ ਡੇ ਹੀ ਹੈ, ਸਨ ਦੇ ਨਾਲ ਸੂਰਜ ਦਾ ਦਿਨ ਹੀ ਹੈ। ਕਿਉਂਕਿ ਦੋਨਾਂ ਦੀ ਇੱਕ ਵਿੱਚ ਇੱਕ ਸਾਰਤਾ ਵੀ ਹੈ, ਪਰ ਇਹਦਾ ਪਿਛੋਕੜ ਜਿਹੜਾ ਉਹ ਸੰਸਕ੍ਰਿਤ ਦੇ ਵਿੱਚ ਹੈ। ਮਤਲਬ ਇਹ ਬਹੁਤ ਵਾਰੀ ਸ਼ਬਦ ਅਦਿੱਤ ਸ਼ਬਦ, ਅਦਿੱਤਿਆ ਸ਼ਬਦ ਆਮ ਲੋਕਾਂ ਦੇ ਹੁੰਦੇ ਆ, ਪਰ ਹੁਣ ਜੇ ਇਹ ਇੱਕ ਨਿੱਕੀ ਜਿਹੀ ਨੁਕਤਾ ਵੀ ਜੇ ਬੱਚੇ ਦੇ ਜ਼ਿਹਨ ਵਿੱਚ ਆ ਜਾਂਦਾ, ਜਾਂ ਵਿਦਿਆਰਥੀ ਅਧਿਆਪਕ ਨੂੰ ਪੁੱਛ ਲੈਂਦਾ ਵੀ ਹਰ ਐਤਵਾਰ ਛੁੱਟੀ ਹੁੰਦੀ ਹੈ ਤੇ ਐਤਵਾਰ ਨੂੰ ਐਤਵਾਰ ਕਿਉਂ ਕਹਿੰਦੇ ਆ, ਇਹ ਕਾਰਨ ਤੇ ਹੁੰਦੇ ਨੇ ਹਨ। ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਵਿਦਿਆ ਪ੍ਰਾਪਤੀ ਵਾਲੀ ਸਾਖੀ ਹੈ, ਇਹ ਸਾਡੇ ਸਮੁੱਚੇ, ਮੈਂ ਕਹਿੰਦਾ ਹੁੰਦਾ ਵੀ ਇਹ ਜਿਹੜਾ ਚਿੰਤਨ ਕਰਨ ਵਾਲਾ ਬੰਦਾ ਹੈ, ਜਾਂ ਜਿਹੜਾ ਵੀ ਜਿੰਨਾ ਵੀ ਵਿਦਿਆਰਥੀ ਵਰਗ ਹੈ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ, ਕਿ ਜੋ ਅਸੀਂ ਪੜ੍ਹ ਰਹੇ ਹਾਂ ਉਹਦੇ ਬਾਰੇ ਗਿਆਨ ਹੋਣਾ, ਉਹਦੇ ਬਾਰੇ ਚੇਤਨਤਾ ਹੋਣੀ, ਉਹਦੇ ਉੱਤੇ ਫਿਰ ਅਮਲ ਕਰਨਾ। ਕਿਉਂਕਿ ਜੇ ਉਹਦੇ ਭਾਵਕ ਔਰ ਅਰਥਾਂ ਦਾ ਗਿਆਨ ਨਹੀਂ ਹੈ ਤੇ ਤੁਹਾਨੂੰ ਭਾਵੇਂ ਕੋਈ ਬੰਦਾ ਪਾਠ ਕਰ ਰਿਹਾ, ਭਾਵੇਂ ਕੋਈ ਮੰਤਰ ਪੜ੍ਹ ਰਿਹਾ, ਰੀਡ ਆਊਟ ਹੀ ਕਰ ਰਿਹਾ, ਹਾਂ, ਫਿਰ ਉਹ ਇੱਕ ਕਈ ਵਾਰੀ ਜਿਹੜਾ ਉਹ ਸ਼ਬਦ ਕੇਵਲ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਤੋਤੇ ਰੱਟ, ਰਹਿ ਜਾਂਦਾ ਵੀ ਤੋਤੇ ਕੋਲੇ ਰੱਟਾ ਹੈਗਾ, ਗਿਆਨ ਨਹੀਂ ਹੈਗਾ, ਮਤਲਬ ਉਹਦੀ ਡੈਪਥ ਵਿੱਚ ਨਹੀਂ ਹੈਗਾ, ਰੱਟਾ ਹੈਗਾ। ਔਰ ਤੋਤੇ ਰੱਟ ਵੀ ਇੱਥੋਂ ਬਣਿਆ ਕਿ ਜਦੋਂ ਦੁਨੀਆ ਨੇ ਰੱਟਾ ਲਾਇਆ ਹੋਇਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਜੋ ਪੜ੍ਹ ਰਹੇ ਉਹਦਾ ਮਤਲਬ ਕੀ ਹੈ। ਇਸ ਲਈ ਗੁਰੂ ਸਾਹਿਬ ਨੇ ਕਿਹਾ ਉਹਦਾ ਅਰਥ ਵੀ ਆਉਣਾ, ਭਾਵ ਅਰਥ ਵੀ ਆਉਣਾ, ਤੇ ਉਹਦਾ ਗਿਆਨ ਵੀ ਹੋਣਾ, ਤਿੰਨਾਂ ਦਾ ਸੁਮੇਲ ਜਿਹੜਾ ਜ਼ਰੂਰੀ ਹੈ। ਇਹ ਵਿਦਿਆ ਪ੍ਰਾਪਤੀ ਦੀ ਜਿਹੜੀ ਸਾਖੀ ਦਾ ਵਿਸ਼ਵ ਨੂੰ ਮੈਂ ਕਹਿੰਦਾ ਹੁੰਦਾ ਵੀ ਇਹ ਤਾਂ ਬਹੁਤ ਵੱਡਾ ਸੰਦੇਸ਼ ਹੈ ਕਿ ਵਿਦਿਆਰਥੀ ਜਦ ਇਸ ਆਮ, ਕਿਉਂਕਿ ਸਤਿਗੁਰਾਂ ਦੇ ਉੱਤੇ ਤਾਂ ਕੋਈ ਪੈਮਾਨਾ ਨਹੀਂ ਹੈ, ਕਿਉਂਕਿ ਜਿੰਨਾ ਸਤਿਗੁਰਾਂ ਦੀ ਬਾਣੀ ਦੇ ਵਿੱਚ ਤੁਸੀਂ ਜਿੰਨਾ ਧਿਆਨ ਡੂੰਘਾ ਕਰੋਗੇ ਤੁਹਾਨੂੰ ਬਹੁਤ ਹੀਰੇ ਮੋਤੀ ਲੱਭਣਗੇ। ਇਹ ਤਾਂ ਸਾਗਰਾਂ ਦੀ ਖੋਜ ਹੈ, ਮਤਲਬ ਬਹੁਤ ਵੱਡਾ ਇੱਕ ਭੰਡਾਰ ਹੈ। ਗੁਰੂ ਨਾਨਕ ਸਾਹਿਬ ਪਾਂਧਾ ਦੇ ਕੋਲ ਫਿਰ ਥੋੜ੍ਹਾ ਸਮਾਂ ਹੀ ਗਏ। ਹਾਂ, ਕਿਉਂਕਿ ਜਨਮ ਸਾਖੀ ਅਨੁਸਾਰ ਕਿ ਜੋ ਪਾਂਧੇ ਨੂੰ ਹੁੰਦਾ ਸੀ, ਕਿਉਂਕਿ ਉਦੋਂ ਹਿਸਾਬ ਕਿਤਾਬ ਪੜ੍ਹਾਉਂਦੇ ਸੀ, ਤੇ ਜਾਂ ਜਿਹੜੀ ਉਦੋਂ ਦੇਵਨਾਗਰੀ ਲਿਪੀ ਸੀ, ਇਹ ਆਮ ਗਿਆਨ ਲਈ ਪੜ੍ਹਾਉਂਦੇ ਸੀ।
ਤਾਂ ਜੋ ਪਾਂਧਾ ਜੀ ਨੇ ਪੜ੍ਹਾਇਆ ਉਹ ਸਤਿਗੁਰਾਂ ਨੇ ਬਹੁਤ ਜਲਦੀ ਉਹਨੂੰ ਗ੍ਰਹਿਣ ਕਰ ਲਿਆ। ਪਰ ਜਿਹੜੇ ਫਿਰ ਗੁਰੂ ਸਾਹਿਬ ਦੇ ਅਗਲੇ ਆਪਣੇ ਸਵਾਲ ਸੀ ਉਹ ਫਿਰ ਪਾਂਧੇ ਪਾਸ ਨਹੀਂ ਸੀ, ਹੈ ਨਾ। ਉਹ ਫਿਰ ਉਹ ਕਹਿੰਦੇ ਵੀ ਇਹ ਦੁਨੀਆ ਨੂੰ ਜਿਹੜਾ ਇਹ ਪੜ੍ਹਾਏਗਾ। ਇਹਦੇ ਵਿੱਚ ਅਸੀਂ ਇੱਕ ਸ਼ਬਦ ਵੀ ਵਰਤਿਆ ਹੈ ਕਿ ਜਦੋਂ ਉਹ ਪਿਤਾ ਨੂੰ ਫਿਰ ਆਪਣਾ ਜਿਹੜਾ ਜਨਮ ਸਾਖੀ ਅਨੁਸਾਰ ਕਹਿੰਦੇ ਨੇ ਕਿ ਤਬ ਪੰਡਤ ਹੈਰਾਨ ਹੋਏ ਗਿਆ, ਨਮਸਕਾਰ ਕੀਤੋਸ ਜੋ ਕੋਈ ਪੂਰਾ ਹੈ, ਜੋ ਤੇਰੇ ਆਉਂਦੀ ਹੈ ਸੋ ਕਰ। ਮਤਲਬ ਗੁਰੂ ਨਾਨਕ ਪਾਤਸ਼ਾਹ ਬਾਰੇ ਕਿਹਾ ਕਿ ਨਮਸਕਾਰ ਕਰਕੇ ਕਿਹਾ ਕਿ ਵੀ ਜਿਹੜਾ ਪੂਰਾ ਗਿਆਨ ਹੈ ਉਹ ਮੈਨੂੰ ਇਸ ਬਾਲਪਨ ਗੁਰੂ ਨਾਨਕ ਪਾਤਸ਼ਾਹ 'ਚੋਂ ਨਜ਼ਰ ਆਇਆ ਕਿ ਜੋ ਹੁਣ ਤੁਹਾਡੇ ਮਨ 'ਚ ਆਉਂਦੀ ਹੈ ਉਹ ਤੁਸੀਂ ਕਰੋ, ਹੁਣ ਤੁਸੀਂ ਕਰ ਸਕਦੇ ਹੋ, ਇਸ ਤੋਂ ਬਾਅਦ ਮੈਂ ਕੁਝ ਨਹੀਂ ਕਰ ਸਕਦਾ। ਤੇ ਕਿਤੇ ਨਾ ਕਿਤੇ ਇਹਨਾਂ ਦੇ ਪਿਤਾ ਜੀ ਜਦੋਂ ਮਹਿਤਾ ਕਾਲੂ ਜੀ ਜਦੋਂ ਪਾਂਧੇ ਪਾਸ ਗਏ ਤੇ ਫਿਰ ਵਾਪਸ ਆਏ ਤੇ ਕਿਤੇ ਨਾ ਕਿਤੇ ਉਹਨਾਂ ਦੇ ਮਨ ਤੇ ਉਦਾਸ ਹੋਇਆ ਹੋਊਗਾ ਕਿ ਜਾਂ ਖੁਸ਼ ਹੋਏ ਹੋਣਗੇ ਸਾਖੀਆਂ ਦੇ ਮੁਤਾਬਕ? ਵੇਖੋ, ਸਾਖੀ ਸਾਹਿਤ ਵਿੱਚ ਨਾ ਬਹੁਤ ਸਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਆਉਂਦੀਆਂ ਨੇ ਕਿਉਂਕਿ ਉਸ ਸਮੇਂ ਉਹ ਪਟਵਾਰੀ ਨੇ ਤੇ ਉਸ ਸਮੇਂ ਦਾ ਪਟਵਾਰੀ ਹੋਣਾ ਇੱਕ ਬੜੀ ਵੱਡੀ ਇੱਕ ਆਪਣੇ ਆਪ ਵਿੱਚ ਅਹੁਦਾ ਹੈ। ਮਤਲਬ ਪਿਤਾ ਪਟਵਾਰੀ ਹੋਵੇ ਔਰ ਉਸ ਇਲਾਕੇ ਦੇ ਵਿੱਚ ਇੱਕ ਤਾਂ ਉਦੋਂ ਐਜੂਕੇਸ਼ਨ ਹੈ ਬੜੀ ਥੋੜ੍ਹੀ ਸੀ ਤੇ ਖਾਸ ਕਰਕੇ ਇਹ ਜਿਹੜੀ ਇਹ ਵਿੱਦਿਆ ਹੈ ਜਿਹੜੀ ਪਟਵਾਰੀ ਦੀ ਅੱਜ ਵੀ ਆਪਣੇ ਆਪ ਵਿੱਚ ਬੜੀ ਵੱਡੀ ਮਾਨਤਾ ਰੱਖਦੀ ਆ 500 ਸਾਲ ਬਾਅਦ ਵੀ। ਪਰ ਜਿਹੜਾ ਉਦੋਂ ਮਹਿਤਾ ਕਾਲੂ ਜੀ ਦਾ ਇਸ ਫੀਲਡ ਵਿੱਚ ਹੋਣਾ ਜਾਂ ਜਿਹੜੀ ਸਰਕਾਰੀ ਦਰਬਾਰੇ ਪਹੁੰਚ ਹੋਣੀ ਇਹ ਵੱਖਰੀ ਗੱਲ ਆ ਕਿ ਜਿਹੜਾ ਸੰਸਾਰੀ ਰਿਸ਼ਤਾ ਨਾ ਉਹਦੇ 'ਚ ਪਿਤਾ ਆਪਣੇ ਬੱਚੇ 'ਚੋਂ ਜੋ ਚਾਹੁੰਦਾ ਉਹ ਵੇਖਣਾ ਚਾਹੁੰਦਾ ਹੈ ਵੀ ਚਾਹੇ ਉਹਨੂੰ ਵਪਾਰੀ ਦੇ ਰੂਪ ਵਿੱਚ ਚਾਹੇ ਉਹਨੂੰ ਕਮਾਊ ਦੇ ਰੂਪ ਵਿੱਚ। ਪਰ ਜਿਹੜੀਆਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਰਮਜ਼ਾਂ ਨੇ ਰੂਹਾਨੀ ਰਮਜ਼ਾਂ ਨੇ, ਹੁਣ ਇਹ ਰਮਜ਼ਾਂ ਜਿਹੜੀਆਂ ਇਹ ਤਾਂ ਰਮਜ਼ਾਂ ਵਾਲਾ ਹੀ ਜਾਣੇਗਾ ਪਰਮਾਤਮਾ। ਇਸ ਲਈ ਜਿਵੇਂ ਸੱਚੇ ਸੌਦੇ ਦੀ ਸਾਖੀ ਜਾਂ ਹੋਰ ਬਹੁਤ ਸਾਰੀਆਂ ਅੱਗੇ ਚੱਲ ਕੇ ਆਉਣਗੀਆਂ ਕਿ ਉਹ ਪਿਤਾ ਦੇ ਮਨ 'ਚ ਆ ਵੀ ਆਹ ਕੁਝ ਮੇਰੇ ਅਨੁਸਾਰ। ਇਹ ਅੱਜ ਵੀ ਸਾਡੇ ਸਮਾਜ ਵਿੱਚ ਅਜੇ ਕਾਫੀ ਹੁੰਦਾ ਵੀ ਜੋ ਮੈਂ ਚਾਹੁੰਦਾ ਮੇਰਾ ਬੱਚਾ ਉਹ ਕੁਝ ਕਰੇ। ਪਰ ਜਿਹੜੀ ਕਿਸੇ ਤੋਂ ਮਹਿਸੂਸ ਕਰਨਾ, ਇਸੇ ਲਈ ਬੇਬੇ ਨਾਨਕੀ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਪਹਿਲੀ ਸਿੱਖ ਜਾਣਿਆ ਜਾਂਦਾ। ਮਾਤਾ ਪਿਤਾ ਨੂੰ ਨਹੀਂ ਮੰਨਿਆ, ਜਨਮ ਸਾਖੀ ਨੇ ਵੀ ਇਤਿਹਾਸ ਨੇ ਚਲੋ ਕਿ ਜਨਮ ਦੇਣ ਵਾਲੀ ਤਾਂ ਮਾਤਾ ਹੈ ਤ੍ਰਿਪਤਾ ਜੀ, ਪਰ ਇਹ ਨਹੀਂ ਕਿਤੇ ਵੀ ਸਾਡੇ ਸਾਹਿਤ ਵਿੱਚ ਆਇਆ ਜਾਂ ਸਾਖੀ ਸਾਹਿਤ ਵਿੱਚ ਵੀ ਪਹਿਲੀ ਸਿੱਖ ਮਾਤਾ ਤ੍ਰਿਪਤਾ ਬਣੀ ਜਾਂ ਪਿਤਾ ਕਲਿਆਣ ਦਾਸ ਜੀ ਬਣੇ। ਪਹਿਲੀ ਸਿੱਖ ਬੇਬੇ ਨਾਨਕੀ ਬਣੀ। ਬੇਬੇ ਨਾਨਕੀ ਕੇਵਲ 3 ਸਾਲ ਵੱਡੀ ਆ ਉਮਰ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਤੋਂ। ਇਹਨਾਂ ਦਾ ਨਾਨਕੇ ਪਿੰਡ ਜਨਮ ਹੋਇਆ, ਲਾਹੌਰ ਦੇ ਲਾਗੇ ਚਹਿਲ ਪਿੰਡ ਹੈ। ਦਾਦੀ ਫਿਰ ਇਹਨਾਂ ਦਾ ਨਾਮ ਨਾਨਕੀ ਰੱਖਿਆ। ਤੇ ਜਿਹੜਾ ਸਾਡਾ ਉਦੋਂ ਦਾ ਪੰਜਾਬੀ ਸੱਭਿਆਚਾਰ ਸੀਗਾ ਜਾਂ ਅੱਜ ਵੀ, ਅੱਜ ਤੋਂ 40-50 ਸਾਲ ਪਿੱਛੇ ਵੀ ਭੈਣ ਤੇ ਭਰਾ ਦਾ ਨਾਂ ਇੱਕੋ ਹੁੰਦਾ ਸੀ। ਇਹ ਬਹੁਤ ਪਰਿਵਾਰਾਂ 'ਚ ਤੁਹਾਨੂੰ ਮਿਲੇਗਾ। 30-40 ਸਾਲ ਪਿੱਛੇ ਜੋ ਭੈਣ ਦਾ ਨਾਂ ਉਹ ਭਰਾ ਦਾ ਨਾਂ, ਔਰ ਉਸੇ ਨਾਨਕੀ ਜੀ ਦੇ ਨਾਂ ਤੇ ਹੀ ਨਾਨਕ ਰੱਖਿਆ ਗਿਆ। ਉਹਨਾਂ ਦੇ ਨਾਮ ਤੇ ਨਾਨਕੀ ਤੋਂ ਬਾਅਦ ਨਾਨਕ। ਹਾਂ, ਇਹ ਸ਼ਬਦ ਇਹ ਤਾਂ ਸਾਡੇ ਮੇਰੀ ਮਦਰ ਹੈ ਜੋ ਉਹਦਾ ਨਾਂ ਉਹ ਸਾਡੇ ਮਾਮੇ ਦਾ ਨਾਮ। ਸੇਮ ਨਾਮ ਨੇ। ਇਸ ਤਰ੍ਹਾਂ ਦੇ ਤੁਹਾਨੂੰ ਮੈਂ ਕਹਿੰਦਾ ਵੀ ਸੈਂਕੜੇ ਪਰਿਵਾਰ ਜਿਹੜੇ ਪਿਛਲੇ ਸਮੇਂ ਦੇ ਨਾ ਅੱਜ ਤੋਂ 6-7 ਦਹਾਕੇ ਪਿੱਛੇ ਚਲੇ ਜਾਓ, 8 ਦਹਾਕੇ, ਤੇ ਇਹ ਇੱਕ ਰਿਵਾਜ ਸੀਗਾ। ਭੈਣ ਤੇ ਭਰਾ ਦਾ ਨਾਂ ਇੱਕੋ ਹੀ ਹੁੰਦਾ ਸੀ। ਅੱਜ ਠੀਕ ਆ ਉਹ ਕੌਰ ਤੇ ਸਿੰਘ ਆ ਗਏ ਤੇ ਗੁਰੂ ਨਾਨਕ ਪਾਤਸ਼ਾਹ ਵਾਲੇ ਉਹ ਬੇਬੇ ਨਾਨਕੀ ਜੀ ਆ ਤੇ ਉਹ ਬਾਬਾ ਨਾਨਕ ਜੀ। ਔਰ ਬੇਬੇ ਨਾਨਕੀ ਨੂੰ ਗੁਰੂ ਨਾਨਕ ਪਾਤਸ਼ਾਹ ਬੇਬੇ ਕਹਿ ਕੇ ਬੁਲਾਉਂਦੇ ਆ, ਵੱਡੀ ਹੋਣ ਦੇ ਨਾਤੇ। ਵੇਖੋ ਇਹ ਵੀ ਇੱਕ ਸੱਭਿਆਚਾਰਕ ਵਰਤਾਰਾ ਹੈ ਕਿ ਉਹ ਉਹਨਾਂ ਨੂੰ ਬੇਬੇ ਕਹਿ ਕੇ ਬੁਲਾਉਂਦੇ ਨੇ। ਤੇ ਭੈਣ ਨਾਨਕੀ ਆਪਣੇ ਵੀਰ ਵਿੱਚੋਂ ਜ਼ਾਰਾ ਪੀਰ ਵੇਖਦੀ ਹੈ। ਮੈਂ ਵੀ ਇਹ ਮੇਰਾ ਜਿਹੜਾ ਵੀਰ ਆ ਜ਼ਾਰਾ ਪੀਰ ਹੈ। ਮਤਲਬ ਤੁਸੀਂ ਜਿੰਨੀ ਸਾਖੀ ਸਾਹਿਤ ਵੀ ਆਊਗਾ ਕਿ ਬੇਬੇ ਨਾਨਕੀ ਹੀ ਜਦੋਂ ਯਾਦ ਕਰਦੀ ਗੁਰੂ ਨਾਨਕ ਪਾਤਸ਼ਾਹ ਦਰਸ਼ਨ ਦਿੰਦੇ ਨੇ। ਗੁਰੂ ਸਾਹਿਬ ਉਦਾਸੀਆਂ 'ਤੇ ਚੱਲਦੇ ਨੇ ਤਾਂ ਜਿਹੜੇ ਰਬਾਬ ਵਾਸਤੇ ਪਹਿਲਾਂ 7 ਰੁਪਈਏ ਭਾਈ ਮਰਦਾਨਾ ਜੀ ਨੂੰ ਬੇਬੇ ਨਾਨਕੀ ਨੇ ਦਿੱਤੇ, ਉਹ ਰਬਾਬ ਲੈ ਕੇ ਆਏ। ਫਿਰ ਸੁਲਤਾਨਪੁਰ ਹੀ ਬੇਬੇ ਨਾਨਕੀ ਜੀ ਦਾ ਸਹੁਰਾ ਪਰਿਵਾਰ ਹੈ, ਉੱਥੇ ਹੀ ਮੋਦੀਖਾਨਾ ਚਲਾਇਆ, ਉੱਥੇ ਵੇਈ ਨਦੀ ਦਾ ਉਪਦੇਸ਼ ਹੈ ਔਰ ਉੱਥੋਂ ਹੀ ਪਹਿਲੀ ਉਦਾਸੀ ਸ਼ੁਰੂ ਹੋਈ। ਇਸ ਕਰਕੇ ਜਿਹੜਾ ਇਹ ਪਰਿਵਾਰ ਦੇ ਵਿੱਚ ਮਤਲਬ ਬੇਬੇ ਨਾਨਕੀ ਵੱਡੀ ਭੈਣ ਤੇ ਮਾਤਾ ਪਿਤਾ ਦੇ ਹੁੰਦਿਆਂ ਵੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਵੀ ਪਿਤਾ ਦੀ ਜਿਹੜੀ ਹੈ ਵੀ ਕਦੀ ਉਹਨਾਂ ਦੀ ਵੀ ਚਿੰਤਾ ਹੋਈ ਹੋਊ ਜ਼ਰੂਰ, ਪਰ ਇਹ ਸਹਿਜ ਭਾਵੀ ਵਰਤਾਰਾ ਮੈਂ ਸਮਝਦਾ ਵੀ ਉਹ ਇੱਕ ਸਮਾਜਿਕ ਜੀਵ ਨੇ ਜਿਹੜੇ ਪਿਤਾ ਨੇ। ਤਾਂ ਜਿਹੜੇ ਸਮਾਜਿਕ ਦਾਇਰੇ 'ਚ ਕਿਸੇ ਰੂਹਾਨੀ ਮੰਡਲ ਨੂੰ ਸਮਝਣਾ ਜਾਂ ਜਿਹੜੀ ਧਾਰਮਿਕ ਅਵਸਥਾ ਇਸ ਉੱਚ ਨੂੰ ਸਮਝਣਾ ਜਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਆਤਮਿਕ ਅਵਸਥਾ ਨੂੰ ਜਾਣਨਾ, ਇਹ ਇੱਕ ਅਲੱਗਾ ਜਿਹੜਾ ਵਿਸ਼ਾ ਸੀਗਾ। ਇਸ ਕਰਕੇ ਇਹ ਗੁਰੂ ਸਾਹਿਬ ਦੀ ਇਸ ਜਿਹੜੀ ਵਿੱਦਿਆ ਪ੍ਰਾਪਤੀ ਵਾਲੇ
ਜਿਹੜਾ ਇਹ ਚੈਪਟਰ ਕਹੀਏ, ਇਹ ਸਾਡੇ ਸੰਸਾਰ ਨੂੰ ਇਹ ਚਿੰਤਨ ਮੰਥਨ ਤੇ ਧਿਆਨ ਧਰਨ ਦਾ ਉਪਦੇਸ਼ ਹੈ। ਇਹ ਸੀਗੇ ਗੁਰੂ ਨਾਨਕ ਦਰਸ਼ਨ ਕਿਤਾਬ ਜਾਂ ਐਲਬਮ ਦੇ ਦੂਸਰੇ ਪੰਨੇ ਤੇ ਵਿਦਿਆ ਪ੍ਰਾਪਤੀ। ਇੱਦਾਂ ਹੀ ਲੜੀਵਾਰ ਅਸੀਂ ਹਰ ਪੰਨੇ ਦੀ ਵਿਚਾਰ ਵਟਾਂਦਰੇ ਕਰਦੇ ਰਵਾਂਗੇ। ਬਹੁਤ ਧੰਨਵਾਦ ਡਾਕਟਰ ਸਾਹਿਬ। ਮਿਹਰਬਾਨੀ।